ਇੱਕ ਸੁਪਨੇ ਦੀ ਨਿਆਈ ਹੈ। ਜਿਸ ਤਰ੍ਹਾਂ ਰਾਤ ਸੁੱਤਿਆਂ ਆਪਾਂ ਬੈੱਡ ਦੇ ਉੱਤੇ ਸੁਪਨਾ ਵੇਖਦੇ ਹਾਂ। ਸੁਪਨੇ ਵਿੱਚ ਬਹੁਤ ਕੁਝ ਆਪਾਂ ਵੇਖ ਲੈਂਦੇ ਹਾਂ। ਜਿਸ ਵੇਲੇ ਜਾਗ ਆਉਂਦੀ ਹੈ, ਸੁਪਨਾ ਟੁੱਟਦਾ ਹੈ ਅਤੇ ਫਿਰ ਆਪਾਂ ਨੂੰ ਪਤਾ ਚੱਲਦਾ ਹੈ ਕਿ ਆਪਾਂ ਸੁਪਨਾ ਹੀ ਵੇਖ ਰਹੇ ਸੀ। ਜਗ ਸੁਪਨਾ ਬਾਜੀ ਬਣੀ, ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲ ਏਕ ਸੈ ਵਿਯੋਗੀ ਉੱਠ ਜਾਏ। ਇਹ ਜਗਤ ਇੱਕ ਸੁਪਨੇ ਦੀ ਬਾਜੀ ਹੈ। ਸੰਜੋਗਾਂ ਦੇ ਮੇਲ ਕਰਕੇ ਇਨਸਾਨ ਇਸ ਸੰਸਾਰ 'ਤੇ ਆਇਆ ਹੈ। ਵਿਯੋਗ ਹੋਣ 'ਤੇ ਸੰਸਾਰ ਤੋਂ ਸਰੀਰ ਤਿਆਗੇਗਾ। ਸੋ ਇਹ ਸੁਪਨੇ ਦੀ ਬਾਜੀ ਦੇ ਵਿੱਚ ਇਨਸਾਨ ਐਸਾ ਮਸਤ ਹੋਇਆ, ਸੁਪਨੇ ਨੂੰ ਸੱਚ ਕਰਕੇ ਜਾਣਨ ਲੱਗ ਪਿਆ। ਇਸ ਸੁਪਨੇ ਨੂੰ ਸੱਚ ਸਮਝ ਬੈਠਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਅੰਦਰ ਪਾਵਨ ਪਵਿੱਤਰ ਫਰਮਾਨ ਕਰਦੇ ਹਨ। ਪੰਚਮ ਪਾਤਸ਼ਾਹ ਜੀ ਪਹਿਲੇ ਸਵਈਏ ਦੇ ਅੰਦਰ ਪੰਚਮ ਪਾਤਸ਼ਾਹ ਜੀ ਇੱਕ ਪਦਾ ਉਚਾਰਨ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਰੇ ਮਨ ਮੂਸ ਬਿਲਾ ਮਹਿ ਗਰਬਤ, ਕਰਤਵ ਕਰਤ ਮਹਾਨ ਗੁਨਾ, ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭਰਮਤ ਘੁਗਨਾ। ਹਜ਼ੂਰ ਪਾਤਸ਼ਾਹ ਜੀ ਫਰਮਾਉਂਦੇ ਨੇ, ਰੇ ਮਨ ਮੂਸ, ਮੂਸ ਕਹਿੰਦੇ ਨੇ ਮੂਸੇ ਨੂੰ, ਚੂਹੇ ਨੂੰ। ਰੇ ਮਨ ਮੂਸ ਬਿਲਾ ਮਹਿ ਗਰਬਤ, ਜਿਹੜਾ ਚੂਹਾ ਹੈ ਨਾ, ਮੂਸਾ ਹੈ, ਉਹ ਆਪਣੀ ਬਿੱਲ ਉੱਤੇ, ਖੁੱਡ ਉੱਤੇ ਮਾਣ ਕਰਦਾ ਹੈ, ਹੰਕਾਰ ਕਰਦਾ ਹੈ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਚੂਹਾ ਵੀ ਆਪਣੀ ਖੁੱਡ ਉੱਤੇ ਸ਼ੇਰ ਹੁੰਦਾ ਹੈ, ਅਤੇ ਇਹ ਗੱਲ ਵਾਕਿਆ ਹੀ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਵੀ ਇਹ ਇਨਸਾਨ ਜਿਵੇਂ ਇੱਕ ਚੂਹਾ, ਇੱਕ ਮੂਸਾ ਆਪਣੀ ਬਿੱਲ ਉੱਤੇ, ਖੁੱਡ ਉੱਤੇ ਮਾਣ ਕਰਦਾ, ਹੰਕਾਰ ਕਰਦਾ, ਇਸੇ ਹੀ ਤਰ੍ਹਾਂ ਇਹ ਇਨਸਾਨ ਤੂੰ ਇਸ ਸਰੀਰ ਰੂਪੀ ਬਿੱਲ ਉੱਤੇ, ਖੁੱਡ ਉੱਤੇ ਹੰਕਾਰ ਕਰਦਾ, ਮਾਣ ਕਰਦਾ। ਰੇ ਮਨ, ਮਨ ਰੂਪੀ ਮੂਸੇ ਚੂਹੇ, ਬਿਲਾ ਮਹਿ ਗਰਬਤ, ਤੂੰ ਇਸ ਸਰੀਰ ਰੂਪੀ ਬਿੱਲ ਤੇ, ਸਰੀਰ ਰੂਪੀ ਖੁੱਡ ਉੱਤੇ ਗਰਵ ਕਰਦਾ, ਹੰਕਾਰ ਕਰਦਾ, ਮਾਣ ਕਰਦਾ। ਕਰਤਵ ਕਰਤ ਮਹਾਮੂਘਨਾ, ਤੂੰ ਮਹਾਮੂਰਖਾਂ ਵਾਲੇ ਕਰਤਵ ਤੋਂ ਭਾਵ ਹੁੰਦਾ ਕੰਮ। ਜਿਵੇਂ ਹੁਣ ਇਹ ਸਾਰੀ ਪੰਕਤੀ ਦੇ ਅੰਦਰ ਹਜ਼ੂਰ ਕਹਿੰਦੇ ਰੇ, ਰੇ ਆਪਾਂ ਕਹੀਦਾ ਕਿਸੇ ਨੂੰ, ਆਪਾਂ ਕਹੀਦਾ ਰੇ ਉਹ ਭਾਈ, ਇੱਦਾਂ ਕਹੀਦਾ ਨਾ। ਇਸੇ ਤਰ੍ਹਾਂ ਮਨ ਨੂੰ ਹਜ਼ੂਰ ਕਹਿੰਦੇ ਨੇ ਮੂਸ, ਮੂਸ ਚੂਹਾ, ਬਿੱਲਾ ਖੁੱਡ। ਮੈਂ ਗਰਬਤ, ਇਹਦਾ ਤੂੰ ਗਰਭ ਹੰਕਾਰ ਕਰਦਾ। ਕਰਤਵ ਕੰਮ, ਕਰਤ ਕਰਨੇ, ਮਹਾਮੁਘਨਾ, ਮਹਾਮੁਘਨਾ ਤੋਂ ਭਾਵ ਮੂਰਖਾਂ ਵਾਲੇ। ਐ ਇਨਸਾਨ ਮਨ ਰੂਪੀ ਚੂਹੇ, ਤੂੰ ਸਰੀਰ ਰੂਪੀ ਖੁੱਡ, ਸਰੀਰ ਰੂਪੀ ਬਿੱਲਾ ਦਾ ਤੂੰ ਹੰਕਾਰ ਕਰ ਰਿਹਾ, ਅਭਿਮਾਨ ਕਰ ਰਿਹਾ, ਅਤੇ ਮਹਾਮੂਰਖਾਂ ਵਾਲੇ ਤੂੰ ਕੰਮ ਕਰਦਾ। ਤੇ ਅਗਲੀ ਪੰਕਤੀ 'ਚ ਹਜ਼ੂਰ ਕਹਿੰਦੇ ਨੇ, ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭਰਮਤ ਘੁਗਨਾ। ਸੰਪਤ, ਸੰਪਤ ਤੋਂ ਭਾਵ ਧਨ ਪਦਾਰਥ, ਮਾਇਆ। ਦੋਲ ਤੋਂ ਭਾਵ ਪੀਂਘ, ਪੰਘੂੜਾ ਵੀ ਆਪਾਂ ਕਹਿ ਦਿੰਦੇ ਹਾਂ
ਪਿੰਗ ਵੀ ਕਹਿ ਦਿੰਦੇ ਆ, ਜਿਹਦੇ 'ਚ ਝੂਟੇ ਲਈਦੇ ਨੇ ਪਿੰਗ 'ਚ। ਸੰਪਤ ਦੋਲ ਝੋਲ ਸੰਗ ਝੂਲਤ, ਤੂੰ ਮਾਇਆ ਦੀ ਪੀਂਗ ਦੇ ਹੁਲਾਰੇ ਲੈ ਰਿਹਾ ਝੂਲ ਰਿਹਾ। ਮਾਇਆ ਦੇ ਪਦਾਰਥਾਂ ਦੇ ਹੁਲਾਰੇ ਲੈ ਰਿਹਾ, ਤੇਰੀ ਜਿਹੜੀ ਮਾਇਆ ਦੀ ਪਦਾਰਥਾਂ ਦੀ ਸੰਪਦਾ ਦੀ ਪੀਂਗ ਜਿਹੜੀ ਹੈ ਨਾ, ਉਹ ਆਕਾਸ਼ਾਂ ਵਿੱਚ ਤੂੰ ਅਡਾਰੀਆਂ ਮਾਰ ਰਿਹਾ, ਉਹਦੇ ਤੇ ਝੂਟੇ ਲੈ ਰਿਹਾ, ਹੁਲਾਰੇ ਲੈ ਰਿਹਾ। ਤੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ, ਮਾਇਆ ਮਗਨ, ਮਾਇਆ ਦੀ ਮਗਨਤਾ ਵਿੱਚ, ਮਸਤੀ ਵਿੱਚ, ਪਦਾਰਥਾਂ ਦੀ ਤੂੰ ਪੀਂਗ ਝੂਲ ਰਿਹਾ, ਝੂਟ ਰਿਹਾ ਹੈ। ਭਰਮਤ, ਭਰਮ ਵਿੱਚ ਫਿਰਦਾ। ਘੁੱਗਣਾ, ਘੁੱਗਣਾ ਕਹਿੰਦੇ ਘੁੱਗੂ ਨੂੰ, ਉੱਲੂ ਨੂੰ। ਓਏ ਉੱਲੂਆ, ਓਏ ਮੂਰਖਾ, ਤੂੰ ਭਰਮ ਦੇ ਵਿੱਚ ਹੈ। ਇਹ ਜਿਹੜੀ ਮਾਇਆ ਦੀ ਪੀਂਗ ਹੈ ਨਾ, ਇਹ ਤੇ 4 ਦਿਹਾੜੇ ਦੀ ਹੈ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਕਿਨਮੈ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸੁਖਨਾਵੇ, ਜੈ ਤੁਝ ਕੋ ਵਿਵਹਾਰੇ। ਇੱਕ ਛਿਨ ਦੇ ਵਿੱਚ ਉਹ ਕੰਗਾਲ ਨੂੰ ਰਾਜਾ ਬਣਾ ਸਕਦਾ, ਰਾਜੇ ਨੂੰ ਕੰਗਾਲ ਬਣਾ ਸਕਦਾ। ਛਿਨਮੈ ਰਾਉ ਰੰਕ ਕੋ ਕਰੀ, ਰਾਉ ਰੰਕ ਕਰ ਡਾਰੇ। ਰਾਜੇ ਨੂੰ ਰੰਕ ਬਣਾ ਸਕਦਾ ਹੈ, ਰੰਕ ਨੂੰ ਰਾਜਾ ਬਣਾ ਸਕਦਾ ਹੈ। ਖਾਲੀਆਂ ਨੂੰ ਭਰ ਸਕਦਾ ਹੈ ਤਾਂ ਭਰਿਆਂ ਨੂੰ ਖਾਲੀ ਕਰ ਸਕਦਾ ਹੈ। ਧਨ ਜੋਬਨ ਆਕ ਕੀ ਛਾਇਆ, ਧਨ ਤੇ ਜਵਾਨੀ ਇਹ ਤੇ ਦਰਖਤ ਦੀ ਛਾਇਆ ਵਰਗੇ ਨੇ। ਇਹਨਾਂ ਦਾ ਹੰਕਾਰ ਕਰਦਾ, ਇਹਨਾਂ ਦਾ ਮਾਨ ਕਰਦਾ, ਮਾਇਆ ਦਾ ਪਦਾਰਥਾਂ ਦਾ ਮਾਨ ਕਰਦਾ। ਇਹ ਤੂੰ ਭਰਮ ਦੇ ਵਿੱਚ ਤੁਰਿਆ ਫਿਰਦਾ ਹੈ। ਵੇਖੇ ਆਪਾਂ ਸਵੇਰ ਨੂੰ ਦਿਨ ਚੜ੍ਹਦਾ, ਧੁੱਪ ਚੜ੍ਹਦੀ ਹੈ, ਦਰਖਤ ਦੀ ਜਿਹੜੀ ਛਾਇਆ ਹੁੰਦੀ ਹੈ ਲਹਿੰਦੇ ਵਾਲੇ ਪਾਸੇ ਨੂੰ ਹੁੰਦੀ ਹੈ। ਜਿਉਂ-ਜਿਉਂ ਸੂਰਜ ਚੜ੍ਹਦਾ ਦਰਖਤ ਦੀ ਛਾਇਆ ਦਰਖਤ ਦੇ ਪੈਰਾਂ ਥੱਲੇ ਆ ਜਾਂਦੀ, ਉਹਦੇ ਹੇਠਾਂ ਆ ਜਾਂਦੀ ਹੈ। ਜਿਉਂ ਸੂਰਜ ਢਲਣ ਲੱਗਦਾ, ਜਿੱਧਰੋਂ ਫਿਰ ਛਾਇਆ ਲਹਿੰਦੇ ਵਾਲੇ ਪਾਸੇ ਨੂੰ ਜਾਂਦੀ ਸੀ, ਹੁਣ ਚੜ੍ਹਦੇ ਵਾਲੇ ਪਾਸੇ ਨੂੰ ਜਾਣ ਲੱਗ ਪਈ। ਸੂਰਜ ਅਸਤ ਹੋਇਆ, ਛਾਇਆ ਖਤਮ ਹੋ ਗਈ। ਇਹ ਮਾਇਆ ਜਿਹੜੀ ਹੈ, ਵੱਡੇ ਵੱਡੇ ਇਸ ਸੰਸਾਰ ਤੇ ਆਏ, ਕਾਰੂ ਬਾਦਸ਼ਾਹ ਵਰਗੇ ਆਏ, ਸਿਕੰਦਰ ਵਰਗੇ ਆਏ, ਜਿਨ੍ਹਾਂ ਨੇ ਮਾਇਆ ਇਤਨੀ ਇਕੱਠੀ ਕੀਤੀ ਕਿ ਸਿਕੰਦਰ ਕਹਿੰਦੇ ਨੇ, ਮੈਂ ਇੱਕ ਛੋਟੀ ਜਿਹੀ ਕਹਾਣੀ ਹੈ, ਕਹਿੰਦੇ ਨੇ ਉਸਨੇ ਮੁਰਦਿਆਂ ਦੇ ਮੂੰਹਾਂ ਦੇ ਵਿੱਚੋਂ ਵੀ ਰੁਪਈਏ ਕਢਾ ਲਏ, ਮਾਇਆ ਕਢਾ ਲਈ। ਕੀ ਹੋਇਆ? ਕਹਿੰਦੇ ਸਿਕੰਦਰ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਵੀ ਕਿਸੇ ਦੇ ਕੋਲ 1 ਰੁਪਈਆ ਨਹੀਂ ਰਹਿਣਾ ਚਾਹੀਦਾ। ਜਿਸ ਦੇ ਕੋਲੋਂ 1 ਰੁਪਈਆ 1 ਪੈਸਾ ਵੀ ਪਕੜਿਆ ਗਿਆ, ਉਸ ਨੂੰ ਬੜੀ ਸਜ਼ਾ ਦਿੱਤੀ ਜਾਵੇਗੀ। ਜਿਤਨੇ ਵੀ ਲੋਕ ਨੇ ਸਾਰੇ ਲਿਆ ਕੇ ਮਾਇਆ ਖਜ਼ਾਨੇ ਵਿੱਚ ਜਮ੍ਹਾਂ ਕਰਾਓ। ਸਭ ਨੇ ਜਮ੍ਹਾਂ ਕਰਾ ਦਿੱਤੀ। ਹੁਣ ਸਿਕੰਦਰ ਵੇਖਦਾ ਵੀ ਮੈਂ ਵੇਖਾਂ ਕਿਸੇ ਦੇ ਕੋਲ ਮਾਇਆ ਹੈ ਵੀ ਹੈ, ਕਿਸੇ ਨੇ ਰੱਖੀ ਵੀ ਹੈ। ਜਿਸ ਲਈ ਸਾਰੀ ਉਹਦਾ ਹੁਕਮ ਮੰਨ ਕੇ ਮਾਇਆ ਜਮ੍ਹਾਂ ਕਰਾ ਗਏ ਤੇ ਉਸਨੇ ਐਲਾਨ ਕਰ ਦਿੱਤਾ, ਜਿਹੜਾ 1 ਰੁਪਈਆ ਲੈ ਕੇ ਆਵੇਗਾ ਨਾ, ਮੈਂ ਆਪਣੀ ਸ਼ਹਿਜ਼ਾਦੀ ਲੜਕੀ ਦੇ ਨਾਲ ਉਹਦਾ ਵਿਆਹ ਕਰਾਂਗਾ, ਨਿਕਾਹ ਕਰ ਦਿਆਂਗਾ। ਹੁਣ ਇੱਕ ਗਰੀਬ ਲੜਕਾ ਜਿਸ ਦਾ ਬਾਪ ਤੇ ਹੈ ਨਹੀਂ, ਮਾਂ ਹੈ, ਗਰੀਬ ਘਰ ਦਾ ਲੜਕਾ ਹੈ, ਉਸਨੇ ਉਸ ਲੜਕੀ ਨੂੰ ਵੇਖਿਆ, ਸ਼ਹਿਜ਼ਾਦੀ ਨੂੰ ਵੇਖਿਆ। ਉਹ ਕਹਿਣ ਲੱਗਾ ਜਾ ਕੇ ਮਾਂ ਨੂੰ ਵੀ ਮਾਂ, ਮੈਂ ਉਸ ਸਿਕੰਦਰ ਬਾਦਸ਼ਾਹ ਜੀ ਸ਼ਹਿਜ਼ਾਦੀ ਦੇ ਨਾਲ ਹੀ ਨਿਕਾਹ ਕਰਾਉਣਾ ਹੈ। ਮੈਂ ਬਚਦਾ ਹੀ ਤਾਂ ਆਇਆ, ਨਹੀਂ ਤੇ ਮੈਂ ਬਚ ਨਹੀਂ ਸਕਦਾ। ਮਾਂ ਕਹਿੰਦੀ ਉਹਦਾ ਤੇ ਸ਼ਰਤ ਬੜੀ ਤਕੜੀ ਹੈ ਵੀ ਜਿਹਦੇ ਕੋਲ 1 ਰੁਪਈਆ ਹੋਵੇਗਾ ਉਹਦੇ ਨਾਲ ਮੈਂ ਆਪਣੀ ਸ਼ਹਿਜ਼ਾਦੀ ਦਾ ਵਿਆਹ ਕਰਾਂਗਾ ਤੇ ਆਪਣੇ ਕੋਲ ਤੇ 1 ਪੈਸਾ ਵੀ ਹੈ ਨਹੀਂ। ਉਹ ਲੜਕਾ ਕਹਿਣ ਲੱਗਾ ਮੈਂ ਮਾਂ ਬਚ ਨਹੀਂ ਸਕਦਾ। ਮਾਂ ਕਹਿਣ ਲੱਗੀ ਫਿਰ ਇਸ ਤਰ੍ਹਾਂ ਹੋ ਸਕਦਾ, ਜਦੋਂ ਤੇਰਾ ਬਾਪ ਦਫਨਾਇਆ ਸੀ ਨਾ ਕਬਰ ਦੇ ਵਿੱਚ, ਤੇ ਉਦੋਂ ਉਸ ਦੀ ਛਾਤੀ ਦੇ ਉੱਤੇ 1 ਰੁਪਈਆ ਰੱਖਿਆ ਸੀ, ਚਾਂਦੀ ਦਾ ਲਾ ਲਓ ਸਿੱਕਾ, ਜੋ ਵੀ 1 ਰੁਪਈਆ ਰੱਖਿਆ ਸੀ। ਉਹ ਕਹਿੰਦਾ ਅੱਛਾ,
उसने जाके अपने बाप की कबर पुट्टी ते उतों 1 रुपया कढ़ के लिया के सिकंदर बादशाह नूं कहंदा भी मैं शहजादी नाल ब्याह कराउणा, 1 रुपया। वो कहंदा भी पहला ये तू दस भी ये रुपया लिया कित्थों है? मैं तो ऐलान किया सी कोई पैसा ना एक भी किसी के घर रहे, सच्चो सच दस कित्थों रुपया लिया? वो कहंदा भी मैं तेरी लड़की नूं वेखिया ते मेरा मन उहदे ते मोहित हो गया ते मैं सोचिया भी मैं इहदे नाल विआह कराउणा। मैं अपनी माँ नूं दस्सिया, वो कहंदी कोल पैसा है नहीं नवां भी। मैं कहा भी मैं रह नहीं सकदा, मर जावांगा। वो कहंदी तेरे बाप दे छाती ते 1 रुपया रखिया, मैं उहदी कबर पुट के ते उत्थों ये रुपया कढ़ के लिया। सिकंदर बादशाह कहंदा मुर्दियां दे मूँह दे उत्ते रखिया होवेगा या छाती ते रखिया, रहो विचार। एक मैं सिर्फ एक गल लैण लगा ते कहंदे ने सिकंदर बादशाह ने कहा भी जिन्ने भी मुर्दियां दे मूँह दे उत्ते रुपये पे ने कबरां पुट के ते सारे कढ़ लो। ते उहदे नाल इह गल जुड़ गई सी, सिकंदर बादशाह ने ते मुर्दियां दे मूँहां चों पैसे कढा लए। ये उहदे नाल तां गल जुड़ी। सो ये माया जिहड़ी है सिकंदर बादशाह वर्गिया ने जिन्हां ने मुर्दियां दे मूँह चों कढा लई, छाती ते रखे जां मूँह ते रखिया, गल इक्को ही है। वो कढ़ा लई ते वो नहीं इस संसार दे उत्ते रहे, कारू बादशाह वर्गे नहीं रहे। ते माया दा हंकार, माया दी पींग झुंटनी, माया दे भरम विच रहना भी मैं बड़ा वड्डा अमीर, बड़ा बादशाह। इत्थे कोई पता नहीं कदों परमेश्वर दी नदर ओ पट्ठी जे करै, सुल्ताना काहो कराइंदा, दर मंगण भिख ना पाइंदा। कहंदे शाहजहान बादशाह जिस वेले औरंगजेब ने आगरे दे किले विच उसनूं कैद किया होया सी ते दिल्ली मंगवाया। शाहजहान बादशाह दे पैरां च बेड़ियां, हत्थां नूं हत्थ कड़ियां, हाथी ते बिठाया होया है, नाल सिपाहियां दा पहरा है। ते कहंदे भुख लगी रस्ते च जा रहा ते उन्हां सिपाहियां नूं कहंदा मैनूं भुख लगी है। जिसले उन्होंने उतारिया थल्ले हाथी तो ते कहंदे एक बीबी अपने घर वाले वास्ते खेत नूं रोटी लैके जा रही सी। उन्होंने कहन लगा भी मैं शाहजहान बादशाह औरंगजेब दा बाप, मैनूं भुख लगी, मैनूं 2 प्रशादे दे दे, रोटियां दे दे। वो कहंदी ना, मैं औरंगजेब दे कोलों अपना परिवार मरवाउणा, कहानी विच पिड़ाउणा, मैं नहीं दे सकदा। ते कहंदे ने फिर उत्थे चणियां दा खेत लग्या होया सी ते हत्थ ते कड़ियां लगियां, हत्थ नूं कड़ियां ते पैरां नूं बेड़ियां। ते कहंदे चणियां दे उत्ते जिहड़ियां करूंबलियां हुंदियां खट्टियां खट्टियां हुंदियां ने, जिहड़ियां नरम हुंदियां। कहंदे मूँह दे नाल ओ खाधियां बाथरूम जाण दे बहाने। ते उस वेले कहंदा भी वाकिया ही इन्हां ने सिखां दे ग्रंथ विच जो लिखिया है, नदरियो पट्ठी जे करै, सुल्ताना काहो कराइंदा, दर मंगण भिख ना पाइंदा। जे बादशाहां नूं भी भिखिया मंगिया ते नहीं मिल सकदी, ते बादशाहां नूं भी जे उहदी नदर ओ पट्ठी हो जावे ते उन्हां नूं घाह भी खवा दिंदा ते घाही भी बना दिंदा, घाह खोतण वाले भी बना दिंदा है। ये उहदी मर्जी, पाप कहण तो कंगाल बना दिंदा है बादशाहां तो। सो ये माया दा हंकार, माया दा भरम काहदा करना है। तो हजूर पातशाह कहंदे ने ऐ मूर्ख इंसान, ये जिहड़ी तू माया दी पींग झूठ रिहा ना, ये तेरे मन दा भरम है। ये माया कदी किसी दी होई है? वेख विचार के कई चले गए इस माया नूं सांभदे सांभदे। सो ये माया नहीं किसी दी हुंदी। तो अगली पंक्ति दे विच हजूर पातशाह जी की उपदेश देने, सुत बनता साजन सुख बंधप, तास्यो मोह बड़ियो सो घना। सुत पुत्र, बनता घर वाली स्त्री,
ਸਾਜਣ ਸੱਜਣ ਮਿੱਤਰ ਸੁਖ ਦੁਨੀਆ ਦੇ ਸੁਖ, ਬੰਧਪ ਸਾਖ ਸੰਬੰਧੀ ਭਰਾ, ਤਾਂ ਸਿਉ ਮੋਹ ਬੜਿਓ ਸੋ ਘਣਾ। ਇਹਨਾਂ ਦੇ ਨਾਲ ਤੇਰਾ ਮੋਹ ਬਹੁਤ ਪਿਆ ਹੋਇਆ ਹੈ। ਪੁੱਤਰ ਨਾਲ, ਘਰ ਵਾਲੀ ਇਸਤਰੀ ਨਾਲ, ਸੱਜਣਾ ਮਿੱਤਰਾਂ ਨਾਲ, ਸਾਖ ਸੰਬੰਧੀਆਂ ਭਰਾਵਾਂ ਨਾਲ, ਦੁਨਿਆਵੀ ਸੁੱਖਾਂ ਦੇ ਨਾਲ ਤੇਰਾ ਮੋਹ ਬਹੁਤ ਘਣਾ, ਬੜਾ ਜ਼ਿਆਦਾ ਵਧਿਆ ਹੋਇਆ ਹੈ। ਤੂੰ ਭਰਮ ਦੇ ਵਿੱਚ ਹੈ। ਬੋਹਿਓ ਬੋਹਿਓ ਬੀਜ ਆਹੰ, ਮਮ ਅੰਕੁਰ ਬੀਤਤ ਔਧ ਕਰਤ ਅਘਨਾ। ਐ ਇਨਸਾਨ, ਬੋਇਓ ਬੀਜ ਅਹੰਗ, ਅਹੰਗ ਤੋਂ ਭਾਵ ਹੰਕਾਰ, ਹੰਕਾਰ ਦਾ ਤੂੰ ਬੀਜ ਬੀਜ ਰਿਹਾ, ਹੰਕਾਰ ਦਾ ਤੂੰ ਬੀਜ ਬੀਜਿਆ। ਐ ਮੇਰਾ ਧਨ ਪਦਾਰਥ, ਐ ਮੇਰੀਆਂ ਮਹਿਲ ਮਾੜੀਆਂ, ਐ ਮੇਰਾ ਪਰਿਵਾਰ, ਆ ਮੇਰੀ ਗੱਡੀ ਮੋਟਰ, ਇਹ ਤੇਰੇ ਮਨ ਦੇ ਅੰਦਰ ਹੰਕਾਰ ਬਣਿਆ ਹੋਇਆ ਹੈ। ਮੈਂ ਦਾ ਹੰਕਾਰ, ਇਹ ਮੇਰੇ ਪਦਾਰਥ ਨੇ। ਇਹ ਜਿਹੜਾ ਤੂੰ ਹੰਕਾਰ ਦਾ ਬੀਜ ਬੀਜ ਰਿਹਾ ਨਾ, ਮਮ ਅੰਕੁਰ, ਇਹਦਾ ਜਿਹੜਾ ਅੰਕੁਰ ਫੁੱਟਣਾ ਨਾ, ਇਹਦਾ ਜਿਹੜਾ ਪੌਦਾ ਬਣਨਾ, ਬੀਤਤ ਔਧ ਕਰਤ ਅਘਣਾ, ਇਹਦੇ ਹੰਕਾਰ ਦਾ ਪੌਦਾ ਕੀ ਬਣਨਾ, ਇਹਦੇ ਤੋਂ ਅਘਨਾ ਕਹਿੰਦੇ ਨੇ ਪਾਪਾਂ ਨੂੰ, ਪਾਪ ਪੈਦਾ ਹੋਣੇ ਨੇ। ਬੀਤਤ ਔਧ, ਔਧ ਕਹਿੰਦੇ ਨੇ ਉਮਰ ਨੂੰ, ਕਰਤ ਕਹਿੰਦੇ ਨੇ ਕਰਨ ਨੂੰ, ਅਘਨਾ ਕਹਿੰਦੇ ਨੇ ਪਾਪਾਂ ਨੂੰ। ਹਜੂਰ ਕਹਿੰਦੇ ਨੇ ਹੰਕਾਰ ਦਾ ਬੀਜ ਬੀਜ ਰਿਹਾ, ਇਹਦੇ ਤੋਂ ਪਾਪਾਂ ਦਾ ਫਲ ਲੱਗਣਾ ਹੈ। ਇਹ ਜਿਹੜਾ ਹੰਕਾਰ ਹੈ ਨਾ, ਇਹ ਪਾਪਾਂ ਨੂੰ ਜਨਮ ਦਿੰਦਾ ਹੈ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਇਨਸਾਨ ਤੂੰ ਹੰਕਾਰ ਨਾ ਕਰ, ਇਹਦੇ ਤੋਂ ਪਾਪ ਪੈਦਾ ਹੋਣਗੇ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਮਾਨ। ਤੁਲਸੀ ਦਇਆ ਨ ਛੋਡੀਐ, ਜਬ ਲਗ ਘਟ ਮਹਿ ਪ੍ਰਾਣ। ਅਭਮਾਨ ਜਿਹੜਾ ਹੰਕਾਰ ਜਿਹੜਾ ਹੈ ਨਾ, ਇਹ ਪਾਪਾਂ ਦੀ ਮਾਂ ਹੈ। ਦਇਆ ਧਰਮ ਕਾ ਮੂਲ ਹੈ। ਗੁਰੂ ਸਾਹਿਬ ਜੀ ਕਹਿੰਦੇ ਦਇਆ ਜਿਹੜੀ ਹੈ ਨਾ, ਇਹ ਧਰਮ ਦੀ ਮਾਂ ਹੈ, ਧਰਮ ਦਾ ਮੂਲ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵੀ ਕਹਿੰਦੇ ਨੇ, ਜਿਸ ਵੇਲੇ ਸਿੱਧਾ ਨੇ ਕਿਹਾ, ਪੁੱਛਿਆ ਵੀ ਇਹ ਧਰਤੀ ਕਿਸ ਦੇ ਆਸਰੇ ਤੇ ਹੈ, ਸਤਿਗੁਰੂ ਕਹਿੰਦੇ ਤੁਸੀਂ ਕਿਸ ਦੇ ਆਸਰੇ ਤੇ ਸਮਝਦੇ ਹੋ? ਕਹਿੰਦੇ ਕੋਈ ਸ਼ੇਸ਼ਨਾਗ ਮੰਨਦਾ, ਕੋਈ ਬੈਲ ਦੇ ਸਿਰ ਤੇ ਮੰਨਦਾ। ਸਤਿਗੁਰੂ ਕਹਿੰਦੇ ਤੁਸੀਂ ਕਾਹਦੇ ਤੇ ਮੰਨਦੇ ਹੋ? ਕਹਿੰਦੇ ਅਸੀਂ ਤੇ ਬੈਲ ਦੇ ਸਿਰ ਤੇ ਮੰਨਦੇ ਹਾਂ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਬੈਲ ਕਾਹਦੇ ਤੇ ਖੜਾ ਹੈ? ਕਹਿਣ ਲੱਗੇ ਇੱਕ ਹੋਰ ਧਰਤੀ ਮੰਨ ਲਈ ਨੇ, ਉਹਦੇ ਤੇ ਬੈਲ ਖੜਾ ਹੈ। ਸਤਿਗੁਰੂ ਕਹਿਣ ਲੱਗੇ ਉਹ ਧਰਤੀ ਕਾਹਦੇ ਆਸਰੇ ਤੇ? ਇੱਕ ਹੋਰ ਬੈਲ ਦੇ ਉੱਤੇ ਖੜੀ, ਇੱਕ ਹੋਰ ਬੈਲ, ਇੱਕ ਹੋਰ ਧਰਤੀ, ਇੱਕ ਹੋਰ ਬੈਲ, ਇੱਕ ਹੋਰ ਧਰਤੀ। ਅਖੀਰ ਤੇ ਕਿਸੇ ਇੱਕ ਨੂੰ ਆਸਰਾ ਮੰਨਣਾ ਪਵੇਗਾ। ਧੌਲ ਧਰਮ ਦਇਆ ਕਾ ਪੂਤ। ਇਹ ਆਪਣੇ ਜਪਜੀ ਸਾਹਿਬ ਜੀ ਦੀ ਪੰਕਤੀਆਂ ਦੇ ਵਿੱਚ ਆਉਂਦਾ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣਜੋਰ। ਇਸ ਧਰਤੀ ਹੋਰ ਪਰੈ ਹੋਰ ਹੋਰ, ਫਿਰ ਧਰਤੀ ਦੇ ਭਾਰ ਥੱਲੇ ਕੌਣ ਹੈ? ਜਿਸ ਵੇਲੇ ਸਿੱਧਾ ਨੇ ਕਿਹਾ ਵੀ ਇੱਕ ਧਰਤੀ ਹੋਰ, ਇੱਕ ਬੈਲ ਹੋਰ, ਇੱਕ ਧਰਤੀ ਹੋਰ, ਇੱਕ ਬੈਲ ਹੋਰ, ਸਤਿਗੁਰੂ ਕਹਿਣ ਲੱਗੇ ਆਖਰ ਤੇ ਇੱਕ ਬੈਲ ਨੂੰ ਕਿਸੇ ਨੂੰ ਆਸਰਾ ਮੰਨਣਾ ਪਵੇਗਾ। ਸਿੱਧ ਨਿਰਤਰ ਹੋ ਗਏ, ਲਾਜਵਾਬ ਹੋ ਗਏ। ਕਹਿਣ ਲੱਗੇ ਤੁਸੀਂ ਕਾਹਦੇ ਤੇ ਮੰਨਦੇ ਹੋ? ਤੇ ਸਤਿਗੁਰੂ ਜੀ ਕਹਿਣ ਲੱਗੇ ਅਸੀਂ ਵੀ ਬੈਲ ਦੇ ਉੱਤੇ ਹੀ ਮੰਨਦੇ ਹਾਂ। ਕਹਿਣ ਲੱਗੇ ਵੀ ਤੁਸੀਂ ਕਿਵੇਂ ਬੈਲ ਤੇ ਮੰਨਦੇ ਆ? ਸਤਿਗੁਰੂ ਕਹਿਣ ਲੱਗੇ ਅਸੀਂ ਉਹ ਬੈਲ ਮੰਨਦੇ ਹਾਂ, ਧੌਲ ਧਰਮ ਦਇਆ ਕਾ ਪੂਤ। ਧੌਲ ਧਰਮ ਦਇਆ ਕਾ ਪੂਤ। ਜਿਹੜਾ ਬੌਲਦ ਹੈ, ਬੈਲ ਹੈ, ਉਹ ਦਇਆ ਦਾ ਪੁੱਤਰ ਹੈ। ਧੌਲ ਧਰਮ, ਧਰਮ ਰੂਪੀ ਬੈਲ ਜਿਹੜਾ ਹੈ ਨਾ, ਉਹ ਦਇਆ ਦਾ ਪੁੱਤਰ ਹੈ। ਦਇਆ ਤੋਂ ਧਰਮ ਉਪਜਦਾ ਹੈ, ਦਇਆ ਤੋਂ ਧਰਮ ਪੈਦਾ ਹੁੰਦਾ ਹੈ। ਗੁਰੂ ਸਾਹਿਬ ਜੀ ਨੇ
ਦਸਮ ਪਿਤਾ ਜੀ ਨੇ ਜਿਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਨਾ ਵਿਸਾਖੀ ਵਾਲੇ ਦਿਨ, ਉਸ ਦਿਨ ਪਹਿਲਾਂ ਕੌਣ ਆਏ ਸੀਸ ਦੇਣ? ਭਾਈ ਦਇਆ ਰਾਮ ਜੀ, ਜਿਹੜੇ ਅੰਮ੍ਰਿਤ ਛਕ ਕੇ ਭਾਈ ਦਇਆ ਸਿੰਘ ਜੀ ਬਣੇ। ਪਹਿਲੇ ਆਏ ਸਭ ਤੋਂ ਭਾਈ ਦਇਆ ਰਾਮ ਜੀ, ਅੰਮ੍ਰਿਤ ਛਕ ਕੇ ਦਇਆ ਸਿੰਘ ਬਣੇ। ਭਾਈ ਦਇਆ ਰਾਮ ਤੋਂ ਬਾਅਦ ਕੌਣ ਆਇਆ? ਭਾਈ ਧਰਮਚੰਦ ਜੀ। ਭਾਵ ਦਇਆ ਆਈ, ਧਰਮ, ਭਾਈ ਧਰਮਚੰਦ ਜੀ ਆਏ, ਧਰਮ ਆ ਗਿਆ। ਧਰਮ ਆ ਗਿਆ, ਉਹਨਾਂ ਤੋਂ ਬਾਅਦ ਕੌਣ ਆਏ? ਭਾਈ ਹਿੰਮਤ ਰਾਏ ਜੀ, ਅੰਮ੍ਰਿਤ ਛਕ ਕੇ ਹਿੰਮਤ ਸਿੰਘ ਬਣੀ। ਮੈਂ ਸਿੰਘ ਹੀ ਕਵਾਂ ਸਾਰਿਆਂ ਨੂੰ, ਪਹਿਲੀ ਮੈਂ ਨਾਮ ਨਹੀਂ ਲੈਂਦਾ। ਭਾਈ ਦਇਆ ਸਿੰਘ ਆਏ, ਦਇਆ ਤੋਂ ਭਾਈ ਧਰਮ ਸਿੰਘ ਆਏ, ਧਰਮ ਆਇਆ। ਧਰਮ ਤੋਂ ਅੱਗੇ ਹਿੰਮਤ ਆਈ, ਹਿੰਮਤ ਸਿੰਘ ਤੋਂ ਅੱਗੇ ਮੋਹ ਕੰਮ, ਖਾਲਸੇ ਦੇ ਵਿੱਚ ਮੋਹ ਤੋਂ ਰਹਿਤ ਹੋਣ ਵਾਲਾ ਗੁਣ ਵੀ ਆ ਗਿਆ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਸਿੰਘ ਆਏ, ਖਾਲਸੇ ਦੇ ਵਿੱਚ ਮਾਲਕੀ ਵੀ ਆ ਗਈ। ਪਹਿਲਾਂ ਖਾਲਸੇ ਦੇ ਵਿੱਚ ਦਇਆ ਆਈ, ਦਇਆ ਤੋਂ ਫਿਰ ਧਰਮ ਆਇਆ, ਧਰਮ ਤੋਂ ਫਿਰ ਹਿੰਮਤ ਆਈ ਖਾਲਸੇ ਦੇ ਅੰਦਰ, ਹਿੰਮਤ ਤੋਂ ਫਿਰ ਮੋਹ ਕੰਮ, ਮੋਹ ਤੋਂ ਰਹਿਤ ਵੀ ਕਰ ਦਿੱਤਾ ਖਾਲਸੇ ਨੂੰ। ਫਿਰ ਜਿਸ ਵੇਲੇ ਮੋਹ ਤੋਂ ਰਹਿਤ ਹੋ ਗਿਆ ਤੇ ਫਿਰ ਖਾਲਸੇ ਨੂੰ ਸਾਹਿਬੀ ਮਾਲਕੀ ਵੀ ਬਖਸ਼ ਦਿੱਤੀ। ਖਾਲਸਾ ਜਿਹੜਾ ਆਪਣੇ ਆਪ ਨੂੰ ਕਾਨ ਨਾ ਕਿਨਹੂ ਕੀ ਮਾਨਤ, शहनशाह आपन को भाखत, कान न किन्हू की राखत, शहनशाह आपन को भाखत, और लोग सब जोन 84 मानत आपन को अबनासी। रतन सिंह भंगू वो कहता कान न किन्हू की मानत, शहनशाह आपन को भाखत, अवर जोन सब लोग 84 मानत आपन को अबनासी। खालसा जिहड़ा अपने आप को अबनासी मनदा है, मरण तो रहत मनदा है, अमर मनदा है, ते अपने आप को शहनशाह मनदा है। खालसा भावें ढिड्डों भुखा भी होवे तां भी अपने आप को बादशाह शहनशाह मनदा है। तो सतगुरु जी ने बड़े ही तरीके दे नाल पहला दया, फिर धर्म, फिर हिम्मत, फिर मोहकम, फिर साहिब सिंह। सो गुरमुख प्यारिओ, जो गुरु साहब जी कहते ने भी ऐ इंसान तू हंकार ना कर किसी चीज़ का। हंकार तो पाप जन्म लेंदे ने, पाप पैदा होंदे ने। सो अगली पंक्ति च हजूर पातशाह जी फरमाउंदे ने, मिरत मायार पसार मुख निरखत, पुंचत भुगत भूख भुखना। मिरत, मिरत तो भाव मौत, मायार, मायार तो भाव बिल्ला। सतगुरु जी ने इस पदे दे अंदर शुरुआत दे विच कहा ना, रे मन मूस, मन नूं चूहा मूसा कहा। ते हुण मौत नूं सतगुरु जी बिल्ला दस रहे ने। मौत रूपी जिहड़ा बिल्ला है ना, वो वेख रहा तैनूं खा जाण वास्ते, खा जावेगा। मौत रूपी बिल्ला। मिरत मजार पसार मुख निरखत, निरखत कहते ने वेखण नूं। जिहड़ा मौत रूपी बिल्ला है ना, वो मुख खोल के तेरे अल वेख रहा, तैनूं एक दिन खा जावेगा। जननी जानत सुत बड़ा होत है, इतन क ना जानै कि दिन दिन अवध घटत है। मोर मोर कर लाड धार, पेखत ही जम राओ हसे हैं। मां कहती मेरा पुत्र वड्डा हो रहा है, बड़े लाड प्यार दे नाल पालदी है। ते मौत रूपी जिहड़ा बिल्ला है, वो कहता मेरा शिकार भोजन पैदा हो रहा है, वड्डा हो रहा है। हजूर कहते मिरत मजार पसार मुख निरखत। मौत रूपी बिल्ला जिहड़ा है, वो मूँह पसार के तेरे अल वेख रहा है। पुंचत भुगत भूख भुखना, ते तू पुंचत कहंदे ने खाण नूं, भुगत भुगत कहंदे ने खाण वाले पदार्थ नूं।
ਪੁੰਚਤ ਕਹਿੰਦੇ ਖਾਣ ਨੂੰ, ਭੁਗਤ ਕਹਿੰਦੇ ਨੇ ਖਾਣ ਵਾਲੇ ਪਦਾਰਥਾਂ ਨੂੰ। ਤੂੰ ਭੁੱਖਿਆਂ ਦੀ ਤਰ੍ਹਾਂ ਪਦਾਰਥਾਂ ਨੂੰ ਖਾਣ ਦੇ ਵਿੱਚ, ਪਦਾਰਥਾਂ ਨੂੰ ਮਾਨਣ ਦੇ ਵਿੱਚ ਲੱਗਿਆ ਹੋਇਆ ਹੈ। ਜਿਵੇਂ ਕਈ ਦਿਨਾਂ ਦਾ ਭੁੱਖਾ ਇਨਸਾਨ ਭੋਜਨ ਨੂੰ ਭੱਜ ਭੱਜ ਕੇ ਪੈਂਦਾ ਨਾ, ਇਸੇ ਤਰ੍ਹਾਂ ਤੂੰ ਦੁਨਿਆਵੀ ਪਦਾਰਥਾਂ ਨੂੰ ਭੋਗਣ ਦੇ ਵਿੱਚ ਲੱਗਿਆ ਹੋਇਆ ਹੈ ਮਸਤ ਹੋ ਕੇ। ਪਰ ਮੌਤ ਰੂਪੀ ਬਿੱਲਾ ਜਿਹੜਾ ਹੈ ਉਹ ਇੱਕ ਦਿਨ ਤੈਨੂੰ ਖਾ ਜਾਵੇਗਾ। ਇੱਕ ਦਿਨ ਮਿਰਤ ਮਾਜ਼ਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਣਾ। ਤੂੰ ਭੋਗ ਰਿਹਾ, ਤ੍ਰਿਸ਼ਨਾ ਦੇ ਵਿੱਚ ਤੂੰ ਭੱਜਿਆ ਨੱਸਿਆ ਫਿਰਦਾ। ਐ ਮਨ ਰੂਪੀ ਮੂਸੇ ਚੂਹੇ, ਇੱਕ ਦਿਨ ਤੈਨੂੰ ਮੌਤ ਰੂਪੀ ਬਿੱਲਾ ਖਾ ਜਾਵੇਗਾ, ਖਤਮ ਕਰ ਦੇਗਾ। ਫਿਰ ਹਜ਼ੂਰ ਕਹਿੰਦੇ ਨੇ ਫਿਰ ਕਰ ਅਰਦਾਸ, ਬੇਨਤੀ ਕਰ। ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਣਤ ਸੁਪਨਾ। ਸਿਮਰ ਵਾਹਿਗੁਰੂ ਨੂੰ, ਸਿਮਰ ਨਿਰੰਕਾਰ ਨੂੰ, ਸਿਮਰ ਗੋਪਾਲ, ਸਿਮਰ ਸਤਨਾਮ ਸ੍ਰੀ ਵਾਹਿਗੁਰੂ, ਸਿਮਰ ਯਾਦ ਕਰ। ਸਿਮਰ ਗੋਪਾਲ ਦਿਆਲ, ਗੋਪਾਲ ਤੋਂ ਭਾਵ ਗੋ ਨਾਮ ਪ੍ਰਿਥਵੀ ਦਾ ਹੈ, ਪਾਲ ਨਾਮ ਪਾਲਣ ਦਾ ਹੈ, ਗੋ ਨਾਮ ਇੰਦਰੀਆਂ ਦਾ ਹੈ, ਪਾਲ ਨਾਮ ਉਹਨਾਂ ਨੂੰ ਦਮਨ ਕਰਨ ਵਾਲੇ ਦਾ ਹੈ। ਗੋ ਨਾਮ ਪ੍ਰਿਥਵੀ ਦਾ ਹੈ, ਪਾਲ ਨਾਮ ਪਾਲਣ ਵਾਲਾ ਹੈ। ਜੋ ਪਰਮੇਸ਼ਵਰ ਪਾਲਣ ਵਾਲਾ ਹੈ ਸ੍ਰਿਸ਼ਟੀ ਦੇ ਜੀਵਾਂ ਨੂੰ, ਦਿਆਲੂ ਹੈ, ਕਿਰਪਾਲੂ ਹੈ। ਸਤ ਸੰਗਤ, ਉਸ ਦੀ ਸਤ ਸੰਗਤ ਵਿੱਚ ਜਾ ਕੇ ਸਿਮਰ, ਉਸ ਨੂੰ ਯਾਦ ਕਰ, ਰੱਬ ਦੀ ਬੰਦਗੀ ਕਰ। ਨਾਨਕ ਜਗ ਜਾਣਤ ਸੁਪਨਾ, ਇਹ ਜਗਤ ਜਿਹੜਾ ਇਹ ਇੱਕ ਸੁਪਨਾ ਵੇਖ ਰਿਹਾ ਤੂੰ, ਸੁਪਨਾ ਵੇਖ ਰਿਹਾ। ਜਗ ਸੁਪਨਾ ਬਾਜੀ ਬਣੀ, ਖਿਨ ਮੈਂ ਖੇਲ ਖਿਲਾਏ, ਸੰਜੋਗੀ ਮਿਲੇ ਸੇ ਵਜੋਗੀ ਉੱਠ ਜਾਏ। ਜਗਤ ਸੁਪਨਾ ਜੈਸਾ ਸੁਪਨਾ ਰਹਿਣ ਕਾ, ਤੈਸਾ ਇਹੋ ਸੰਸਾਰ। ਜਿਸ ਤਰ੍ਹਾਂ ਦਾ ਰਾਤ ਦਾ ਸੁਪਨਾ ਹੈ ਨਾ, ਇਸ ਤਰ੍ਹਾਂ ਦਾ ਹੀ ਇਹ ਸੰਸਾਰ ਹੈ। ਸੁਪਨੇ ਦੇ ਵਿੱਚ ਅਸੀਂ ਬਹੁਤ ਕੁਝ ਵੇਖ ਲੈਂਦੇ ਹਾਂ। ਸੁਪਨੇ ਦੇ ਵਿੱਚ ਕਈ ਵਾਰੀ ਅਸੀਂ ਅਮੀਰ ਧਨਾੜ ਬਣ ਕੇ ਬਹਿ ਜਾਂਦੇ ਹਾਂ, ਅਤੇ ਜਦੋਂ ਸੁਪਨਾ ਟੁੱਟਦਾ ਤੇ ਵੇਖਦੇ ਹਾਂ ਮੰਜੇ ਤੇ ਬੈੱਡ ਤੇ ਹੀ ਲੇਟੇ, ਕੁਛ ਵੀ ਨਹੀਂ। ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਰਾਰਥ ਕਾਜਾ। ਜੋ ਸੁਪਨੇ ਹੋਏ ਬੈਸਤ ਰਾਜਾ, ਜੇ ਕੋਈ ਸੁਪਨੇ ਦੇ ਵਿੱਚ ਰਾਜਾ ਬਣ ਕੇ ਬਹਿ ਜਾਵੇ ਤੇ ਜਿਸ ਵੇਲੇ ਨੇਤਰ ਪਸਾਰੇ, ਅੱਖਾਂ ਖੁੱਲ੍ਹਣ, ਜਾਗ ਖੁੱਲ੍ਹੇ ਤਾਂ ਸਭ ਕੁਝ ਵਿਅਰਥ ਹੀ, ਕੁਛ ਵੀ ਨਹੀਂ। ਤਾਂ ਸੁਪਨਾ ਹੀ ਵੇਖ ਰਿਹਾ ਸੀ, ਇਹ ਸੁਪਨਾ ਹੀ ਵੇਖ ਰਿਹਾ ਸੀ। ਤੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ ਸੁਪਨੇ ਦੇ ਵਿੱਚ ਬਹੁਤ ਕੁਝ ਵੇਖਦਾ, ਤੇ ਜੇ ਕੋਈ ਸੁਪਨੇ ਦੇ ਨਾਲ ਚਿੱਤ ਲਾ ਲਵੇ, ਮਨ ਲਾ ਲਵੇ, ਤੇ ਸਤਿਗੁਰੂ ਕਹਿੰਦੇ ਮੂਰਖ ਹੈ। ਕੋਈ ਇਨਸਾਨ ਰਾਤ ਨੂੰ ਸੁਪਨਾ ਵੇਖਿਆ, ਸੁਪਨੇ ਦੇ ਵਿੱਚ ਬੜਾ ਅਮੀਰ ਹੋ ਗਿਆ, ਗੱਡੀਆਂ ਮੋਟਰਾਂ, ਘਰ ਕੋਠੀ, ਨੌਕਰ ਚਾਕਰ, ਦੁਨਿਆਵੀ ਪਦਾਰਥ ਸਭ ਕੁਝ ਵੇਖਦਾ, ਤੇ ਜਦੋਂ ਨੀਂਦ ਟੁੱਟੀ, ਜਾਗ ਖੁੱਲ੍ਹੀ, ਤੇ ਕੀ ਵੇਖਦਾ, ਮੈਂ ਬੈੱਡ ਉੱਤੇ ਲੰਮਾ ਪਿਆ ਹੋਇਆ ਤੇ ਰੋਣ ਲੱਗ ਪਵੇ ਵੀ ਮੇਰੇ ਕੋਲ ਤੇ ਬਹੁਤ ਨੌਕਰ ਚਾਕਰ, ਧਨ ਪਦਾਰਥ ਬਹੁਤ ਕੁਝ ਸੀ, ਤੇ ਰੋਣ ਲੱਗ ਪਵੇ। ਉਹਨੂੰ ਕੋਈ ਪੁੱਛੇ ਤੂੰ ਰੋਣਾ ਕਿਉਂ ਹੈ? ਮੈਂ ਸੁਪਨੇ ਦੇ ਵਿੱਚ ਰਾਜਾ ਬਣ ਗਿਆ ਸੀ, ਧਨ ਪਦਾਰਥ ਬਹੁਤ ਸੀ, ਗੱਡੀਆਂ ਮੋਟਰਾਂ ਸੀ, ਘਰ ਕੋਠੀ ਸੀ, ਸਭ ਕੁਝ ਸੀ, ਮੇਰਾ ਤੇ ਸਭ ਕੁਝ ਚਲੇ ਗਿਆ। ਤੇ ਸ਼ੇਖਸ਼ਿਲੀ ਵਾਲੀ ਗੱਲ ਹੋ ਗਈ ਨਾ। ਫਿਰ ਰੋਣ ਲੱਗ ਪਿਆ ਤੇ ਇਨਸਾਨ ਕਹੇਗਾ ਮੂਰਖ ਹੈ, ਸੁਪਨੇ ਦੀਆਂ ਗੱਲਾਂ ਨੂੰ ਯਾਦ ਕਰਕੇ ਰੋਂਦਾ ਹੈ। ਸੁਪਨਾ ਤੇ ਇੱਕ ਨਾਸਵੰਤ ਹੈ, ਸੁਪਨੇ ਦਾ ਰਾਤ ਦਾ ਖੁਆਬ ਹੈ। ਜਿਸ ਤਰ੍ਹਾਂ ਮਹਾਰਾਜ ਬਾਣੀ 'ਚ ਕਹਿੰਦੇ ਨੇ, ਇੱਕ ਬੜੀ ਸੁੰਦਰ ਪੰਕਤੀ ਕਹਿੰਦੇ ਨੇ, ਸੁਪਨੇ ਸੇਤੀ ਚਿਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਭਖ ਲਾਇਆ। ਸੁਪਨੇ ਸੇਤੀ ਚਿਤ ਮੂਰਖ ਲਾਇਆ,
ਮੂਰਖ ਇਨਸਾਨ ਸੁਪਨੇ ਦੇ ਨਾਲ ਚਿੱਤ ਲਾ ਬੈਠੇ, ਮਨ ਲਾ ਬੈਠੇ, ਤੇ ਲੋਕੀ ਕਹਿਣਗੇ ਵੀ ਇਹ ਮੂਰਖ ਹੈ, ਸੁਪਨੇ ਦੀਆਂ ਗੱਲਾਂ ਕਰਕੇ ਪਛਤਾ ਰਿਹਾ, ਰੋ ਰਿਹਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੈ ਰਾਜ ਰਸ ਭੋਗ, ਜਾਗਤ ਭਖ ਲਾਇਆ। ਇਹ ਜਾਗਦਾ ਹੋਇਆ ਤੁਰਿਆ ਫਿਰਦਾ ਇਹ ਇੱਕ ਸੁਪਨਾ ਹੈ ਜੀਵਨ ਸਾਡਾ। ਜਗ ਸੁਪਨਾ ਇਸ ਤਰ੍ਹਾਂ ਜਿਵੇਂ ਰਾਤ ਦਾ ਇੱਕ ਸੁਪਨਾ ਹੋਵੇ, ਜਗਤ ਇੱਕ ਸੁਪਨਾ ਹੈ। ਤੋ ਅਸੀਂ ਸੁਪਨਾ ਵੇਖ ਰਹੇ ਹਾਂ, ਜਿਸ ਦਿਨ ਐਂਡ ਵਾਲਾ ਦਿਨ ਆਵੇਗਾ, ਮੌਤ ਵਾਲਾ ਦਿਨ ਆਵੇਗਾ, ਭਾਵ ਜਿਵੇਂ ਨੀਂਦਰ ਟੁੱਟਦੀ ਹੈ, ਅੱਖਾਂ ਖੁੱਲ੍ਹਦੀਆਂ ਤੇ ਪਤਾ ਲੱਗਦਾ ਸੁਪਨਾ ਹੈ, ਤੇ ਜਿਸ ਵੇਲੇ ਐਂਡ ਵਾਲਾ ਸਮਾਂ ਆਵੇਗਾ, ਕੁਝ ਸੈਕਿੰਡ ਮਿੰਟ ਰਹਿ ਜਾਣਗੇ, ਤੇ ਫਿਰ ਅਸੀਂ ਕਹਾਂਗੇ ਓਹੋ ਵੀ ਇਹ ਤੇ ਸੁਪਨਾ ਹੀ ਵੇਖਦੇ ਸਾਂ, ਕੁਝ ਵੀ ਨਹੀਂ। ਕੋਈ 60 ਸਾਲ ਦਾ ਹੈ, ਉਹ ਆਪਣੀ ਬੀਤੀ ਹੋਈ ਉਮਰ ਵੱਲ ਨਿਗਾਹ ਮਾਰੇ ਤੇ ਐਂ ਲੱਗੇਗਾ ਜਿਵੇਂ ਸੁਪਨਾ ਹੀ ਵੇਖਿਆ ਹੁੰਦਾ ਹੈ। ਇੱਕ ਬਜ਼ੁਰਗ ਬੜਾ ਤਕੜਾ, ਉਸ ਦੀ ਕੋਈ 80 ਸਾਲ ਦੀ ਉਮਰ, ਬੜੀ ਸਿਹਤ ਅੱਛੀ। ਉਹਨੂੰ ਪੁੱਛਿਆ, ਵੈਸੇ ਹੀ ਮੈਂ ਪੁੱਛ ਲਿਆ ਵੀ ਮਹਾਰਾਜ ਤੁਸੀਂ 80 ਸਾਲ ਦੀ ਉਮਰ ਹੈ ਵੀ ਕਿਵੇਂ ਫੀਲ ਕਰਦੇ ਹੋ? ਉਹ ਕਹਿੰਦਾ ਜੀ ਮੈਂ ਕੀ ਦੱਸਾਂ। ਮੈਂ ਕਿਹਾ ਦੱਸੋ ਫਿਰ ਵੀ। ਉਹ ਕਹਿੰਦੇ ਮੈਂ ਇਸ ਤਰ੍ਹਾਂ ਫੀਲ ਕਰਦਾ, ਇੱਕ ਕਮਰੇ ਦੇ ਇੱਕ ਦਰਵਾਜ਼ੇ 'ਚੋਂ ਵੜ ਕੇ ਤੇ ਕਮਰੇ ਦੇ ਦੂਸਰੇ ਦਰਵਾਜ਼ੇ ਨਿਕਲ ਜਾਣ ਵਾਲੀ ਗੱਲ ਮੈਨੂੰ ਲੱਗਦੀ ਹੈ। 80 ਸਾਲ ਮੈਂ ਇੱਦਾਂ ਹੀ ਮੈਨੂੰ ਲੱਗੇ ਨੇ ਜਿਵੇਂ ਇੱਕ ਕਮਰੇ ਦੇ ਦਰਵਾਜ਼ੇ 'ਚੋਂ ਵੜ ਕੇ ਦੂਜੇ ਦਰਵਾਜ਼ੇ ਨਿਕਲ ਜਾਈਏ, ਬਸ ਇੰਨਾ ਕੋਈ ਲੱਗਿਆ ਮੈਨੂੰ। ਇਹ ਜਗਤ ਇੱਕ ਸੁਪਨਾ ਹੈ। ਸੋ ਆਪਾਂ ਸੁਪਨਾ ਵੇਖ ਰਹੇ ਹਾਂ, ਸੁਪਨੇ ਦੇ ਵਿੱਚ ਆਪਾਂ ਇਸ ਸਰੀਰ ਦਾ ਮਾਣ ਕਰਦੇ ਹਾਂ, ਇਹਨਾਂ ਪਦਾਰਥਾਂ ਦਾ ਮਾਣ ਕਰਦੇ ਹਾਂ, ਧਨ ਦੌਲਤ ਦਾ ਮਾਣ ਕਰਦੇ ਹਾਂ, ਭੈਣਾਂ ਭਾਈ ਸਾਕ ਸੰਬੰਧੀਆਂ ਦਾ ਮਾਣ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਇਹ ਤੇ ਉਹ ਕੰਮ ਹੈ ਜਿਵੇਂ ਇੱਕ ਚੂਹਾ ਬਿੱਲ ਦੇ ਉੱਤੇ, ਖੁੱਡ ਉੱਤੇ ਮਾਣ ਕਰਦਾ ਵੀ ਮੈਂ ਬਿੱਲ ਦੇ ਉੱਤੇ ਹਾਂ, ਖੁੱਡ ਦੇ ਉੱਤੇ ਮੈਨੂੰ ਕੀ ਪਰਵਾਹ, ਕੋਈ ਆਵੇਗਾ ਮੈਂ ਦਬਾ ਦਬ ਖੁੱਡ 'ਚ ਵੜ ਜਾਣਾ। ਪਰ ਹਜ਼ੂਰ ਕਹਿੰਦੇ ਜਦੋਂ ਆ ਕੇ ਮੌਤ ਰੂਪੀ ਬਿੱਲੇ ਨੇ ਝਪਟ ਮਾਰੀ ਤੇ ਉਹਨੇ ਖੁੱਡ 'ਚੋਂ ਵੜਨ ਹੀ ਨਹੀਂ ਦੇਣਾ, ਮਿੰਟ ਤੋਂ ਪਹਿਲਾਂ ਉਹਨੇ ਖਾਤਮਾ ਕਰ ਦੇਣਾ ਹੈ। ਸੋ ਇਸੇ ਤਰ੍ਹਾਂ ਇਹ ਇਨਸਾਨ ਹੈ। ਸੋ ਇਹ ਇਨਸਾਨ ਨੂੰ ਚਾਹੀਦਾ ਹੈ ਵੀ ਨਿਰੰਕਾਰ ਦਾ ਸਿਮਰ ਗੋਪਾਲ ਦਿਆਲ, ਸਤ ਸੰਗਤ, ਇਹ ਪਰਮੇਸ਼ਵਰ ਦਾ ਸਿਮਰਨ ਕਰੇ ਸਤ ਸੰਗਤ ਵਿੱਚ ਰਲ ਕੇ। ਸਤ ਸੰਗਤ ਕੀ ਹੈ? ਸਤ ਸੰਗਤ ਹੈ ਸਤਿਗੁਰੂ ਦੇ ਨਾਲ, ਗੁਰੂ ਸਾਹਿਬ ਦੇ ਨਾਲ। ਨਾਨਕ ਜਗ ਜਾਣਤ ਸੁਪਨਾ, ਇਹ ਜਗਤ ਸੁਪਨਾ ਹੈ। ਸੋ ਭਾਈ ਇਸ ਸੰਸਾਰ 'ਤੇ ਆਏ ਹਾਂ, ਪਰਮੇਸ਼ਵਰ ਦਾ ਨਾਮ, ਪਰਮੇਸ਼ਵਰ ਦੀ ਬੰਦਗੀ, ਪਰਮੇਸ਼ਵਰ ਦਾ ਗਿਆਨ ਪ੍ਰਾਪਤ ਕਰਕੇ। ਨਾਮ ਕੀ ਹੈ? ਨਾਮ ਹੀ ਗਿਆਨ ਹੈ। ਬੰਦਗੀ ਕੀ ਹੈ? ਬੰਦਗੀ ਹੈ ਬੰਦਿਸ਼ ਵਿੱਚ ਰਹਿਣਾ। ਬੰਦਿਸ਼ ਵਿੱਚ ਕੀ ਰਹਿਣਾ? ਨਿਯਮਾਂ ਦੇ ਵਿੱਚ ਰਹਿਣਾ। ਗਿਆਨ ਹੋ ਗਿਆ ਵੀ ਝੂਠ ਬੋਲਣਾ ਬੁਰਾ, ਸੱਚ ਬੋਲਣਾ ਚਾਹੀਦਾ, ਚੋਰੀ ਕਰਨੀ ਬੁਰੀ ਹੈ, ਨਹੀਂ ਕਰਨੀ ਚਾਹੀਦੀ, ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ, ਪਤਾ ਲੱਗ ਗਿਆ। ਇਹਨਾਂ ਬੰਧਨਾਂ ਦੇ ਵਿੱਚ ਰਹਿਣਾ ਹੈ। ਬੁਰੇ ਕੰਮਾਂ ਦਾ ਤਿਆਗ ਕਰਨਾ ਤੇ ਅੱਛੇ ਕੰਮਾਂ ਨੂੰ ਗ੍ਰਹਿਣ ਕਰਨਾ, ਇਸ ਬੰਧਨ ਵਿੱਚ ਰਹਿਣਾ ਹੈ। ਜੇ ਕੋਈ ਇਨਸਾਨ ਇਸ ਬੰਧਨ ਵਿੱਚ ਰਹੇਗਾ ਤਾਂ ਉਹਦਾ ਜੀਵਨ ਸਫਲ ਹੈ, ਉਹਦਾ ਆਇਆ ਸਫਲ ਹੈ। ਕੋਈ ਇਨਸਾਨ ਕਿਸੇ ਵੀ ਮੁਲਕ ਦੇ ਵਿੱਚ ਰਹਿੰਦਾ ਤੇ ਉਸ ਮੁਲਕ ਦੇ ਕਾਨੂੰਨ ਨੂੰ ਫਾਲੋ ਕਰਦਾ ਤੇ ਸੁਖੀ ਹੈ, ਤੇ ਜੇ ਉਸ ਮੁਲਕ ਦੇ ਕਾਨੂੰਨ ਨੂੰ ਫਾਲੋ ਨਹੀਂ ਕਰਦਾ ਤੇ ਦੁਖੀ ਹੈ। ਕੋਈ ਅਮਰੀਕਾ 'ਚ ਰਹਿ ਰਹੇ ਹਾਂ, ਹੁਣ ਗੱਡੀ ਲੈ ਕੇ ਜਾ ਰਹੇ ਹੋ, ਰੈੱਡ ਲਾਈਟ ਲੰਘ ਗਏ, ਜਾਂ ਤਾਂ ਐਕਸੀਡੈਂਟ ਹੋ ਜਾਏਗਾ ਤੇ ਜਾਂ ਫਿਰ ਪਕੜ ਲੈਣਗੇ ਤੇ ਟਿਕਟ ਮਿਲ ਜਾਏਗੀ, ਦੇਣੀ ਪਵੇਗੀ। ਤੇ ਜੇ ਆਪਾਂ ਰੈੱਡ ਲਾਈਟ ਨਹੀਂ ਲੰਘੇ ਤੇ ਸੁਖੀ ਹਾਂ। ਜੋ ਇਹਨਾਂ ਨੇ ਕਾਨੂੰਨ ਬਣਾਏ ਉਹਨਾਂ ਕਾਨੂੰਨਾਂ ਮੁਤਾਬਕ ਚੱਲਦੇ ਹਾਂ, ਸੁਖੀ ਹਾਂ। ਜਦੋਂ ਕਾਨੂੰਨਾਂ ਨੂੰ ਭੰਗ ਕਰਾਂਗੇ ਦੁਖੀ ਹਾਂ। ਜੋ ਪਰਮੇਸ਼ਵਰ ਨੇ ਲਿਖ ਨਾਮੈ ਧਰਮ ਬਹਾਲਿਆ, ਜਿਹੜਾ ਉਸ ਪਰਮੇਸ਼ਵਰ ਨੇ ਧਰਮ ਦਾ ਰਾਜ ਬਣਾ ਦਿੱਤਾ ਇਹਨਾਂ ਸ੍ਰਿਸ਼ਟੀ ਦੇ ਉੱਤੇ, ਜਿਹੜੇ ਉਹਨੇ ਨਿਯਮ ਬਣਾ ਦਿੱਤੇ ਨੇ, ਜਿਹੜਾ ਉਹਨੇ ਗਿਆਨ ਨਿਯਮ ਬਣਾਏ ਨੇ, ਉਹ ਨਿਯਮਾਂ ਨੂੰ ਗਿਆਨ ਅਤੇ ਨਾਮ
ਕਿਹਾ ਗਿਆ, ਉਹ ਨਾਮ ਦੇ, ਉਹ ਗਿਆਨ ਦੇ ਅਧੀਨ ਹੋ ਕੇ ਜਦੋਂ ਉਸ ਗਿਆਨ ਦੇ ਮੁਤਾਬਕ ਜੀਵਨ ਬਣਾ ਲਾਂਗੇ ਨਾ ਤੇ ਜੀਵਨ ਸਫਲ ਹੋ ਜਾਏਗਾ। ਪਤਾ ਲੱਗ ਜਾਏਗਾ ਵੀ ਆਹ ਬੁਰੇ ਕਰਮ ਹੀ ਨਹੀਂ ਕਰਨੇ, ਇਹ ਚੰਗੇ ਕਰਮ ਕਰਨੇ ਨੇ। ਇਹਨਾਂ ਮੁਤਾਬਕ ਹੋ ਜਾਏਗਾ ਜੀਵਨ ਤੇ ਆਪੇ ਹੀ ਪਰਮੇਸ਼ਵਰ ਨਾਲ ਜੁੜੇ ਰਹਾਂਗੇ। ਜਦੋਂ ਬੁਰੇ ਕਰਮਾਂ ਨਾਲੋਂ ਟੁੱਟ ਗਏ ਤੇ ਚੰਗੇ ਕਰਮਾਂ ਨਾਲ ਜੁੜ ਗਏ ਤੇ ਪਰਮੇਸ਼ਵਰ ਨਾਲ ਜੁੜ ਗਏ, ਹੋਰ ਕਿਆ ਹੈ। ਸੋ ਇਸ ਕਰਕੇ ਭਾਈ ਗਿਆਨ ਅਤੇ ਨਾਮ ਨਾਲ ਜੁੜ ਕੇ ਪਰਮੇਸ਼ਵਰ ਦੀ ਬੰਦਗੀ ਦੇ ਵਿੱਚ ਰਹਿ ਕੇ ਜੀਵਨ ਨੂੰ ਸਫਲ ਬਣਾਉਣਾ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ